ਕਹਉ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਦ ਨੂਰ ਅਰਸਹੁ ਕੁਰਸਹੁ ਝਟੀਐ। ਤਦ ਡਠ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟੀਐ। ਸਜਣ ਸਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ। ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਗ ਬੇਗਾਲੀ। ਸਤਿਗੁਰ ਸੇਵ ਖਰਚ ਹਰ ਬਾਧੋ ਮਤ ਜਾਣੋ ਆਜ ਕੇ ਕਾਲੀ। ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੈ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਾਗਰਾਲੀ। ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਾਗਰਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਐਸੇ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ
ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਮੁਕੱਦਸ ਆਵਾਜ਼ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਯੋਗ ਹੋ। ਜੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਬੜੇ ਪ੍ਰੇਮ ਸਹਿਤ ਆਪ ਜੀ ਨੇ ਸਰਵਨ ਕੀਤੇ ਹਨ। ਉਪਰੰਤ ਅੰਮ੍ਰਿਤ ਵੇਲੇ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ, ਜੋ ਹੁਣੇ ਆਪ ਜੀ ਨੇ ਸਰਵਨ ਕੀਤੇ ਹਨ, ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖ ਵਾਕ ਦੀ ਵਿਚਾਰ ਕਰਨ ਦੇ ਲਈ ਆਪਾਂ ਸਾਰੇ ਜੁੜ ਬੈਠੇ ਹਾਂ। ਅੱਜ ਦਾ ਜੋ ਸ਼ਬਦ ਸਾਨੂੰ ਮੁਖ ਵਾਕ ਦੇ ਰੂਪ ਵਿੱਚ ਪ੍ਰਾਪਤ ਹੋਇਆ, ਉਹ ਸੋਢੀ ਸੁਲਤਾਨ ਪਿਤਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਧਨਾਸਰੀ ਰਾਗ ਦੇ ਅੰਦਰ ਸ਼ਬਦ ਹੈ, ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 667 ਅੰਗ ਤੋਂ ਲੈ ਕੇ 668 ਅੰਗ ਤੇ ਇਹ ਪਾਵਨ ਸ਼ਬਦ ਸੁਭਾਏ ਮਨ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਅੰਦਰ ਇਹ ਸਿੱਖਿਆ ਦੇਣੇ ਕੀਤੀ ਹੈ, ਪਾਵਨ ਉਪਦੇਸ਼ ਬਖਸ਼ਿਆ ਹੈ ਕਿ ਉਸ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜਾ ਮਾਰਗ ਸਮੁੱਚੀ ਲੋਕਾਈ ਲਈ ਮਾਰਗ ਬਣਾਇਆ, ਨਾਨਕ ਨਿਰਮਲ ਪੰਥ ਚਲਾਇਆ, ਉਸ ਮਾਰਗ ਤੇ ਤੁਰਨ ਦੀ ਜਿਹੜੀ ਮਰਿਆਦਾ ਬਣਾਈ, ਉਹਦੇ ਤੇ ਤੁਰਨਾ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਪਾਤਸ਼ਾਹ ਜੀ ਨੇ ਕਿਹਾ ਕਿ ਜਿਵੇਂ ਇੱਕ ਮਨੁੱਖ ਨੇਤਰਹੀਨ ਹੋਵੇ, ਅੰਨਾ ਹੋਵੇ, ਜਿਹਦੀ ਨਜ਼ਰ ਨਾ ਹੋਵੇ, ਉਹਨੂੰ ਆਪਣੀ ਮੰਜ਼ਿਲ ਤੇ ਆਪਣੇ ਟਿਕਾਣੇ ਤੇ ਪਹੁੰਚਣ ਦੇ ਲਈ ਸਹਾਰੇ ਦੀ ਲੋੜ ਪੈਂਦੀ ਹੈ। ਉਹ ਸਹਾਰਾ ਕੋਈ ਮਨੁੱਖ ਬਣ ਸਕਦਾ ਹੈ, ਕੋਈ ਡੰਗੋਰੀ ਹੈ, ਉਹ ਹੱਥ ਵਿੱਚ ਫੜ ਕੇ ਉਹਨੂੰ ਟੋਹ ਕੇ ਜਿਹੜਾ ਹੈ ਉਹ ਅੱਗੇ ਜਾ ਸਕਦਾ, ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ। ਤੇ ਜਿਵੇਂ ਉਸ ਅੰਨੇ ਮਨੁੱਖ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਵਾਸਤੇ ਸਹਾਰਾ ਚਾਹੀਦਾ ਹੈ, ਸਹਾਰੇ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ
ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਤੁਰਨ ਦੇ ਲਈ ਵੀ ਸਹਾਰੇ ਦੀ ਲੋੜ ਹੈ। ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਮੈਂ ਅੰਧਲੇ ਕੀ ਟੇਕ, ਮੇਰੇ ਅੰਨੇ ਦੀ ਜਿਹੜੀ ਟੇਕ ਹੈ, ਸਹਾਰਾ ਹੈ, ਤੇਰਾ ਨਾਮ ਖੁੰਦਕਾਰਾ। ਖੁੰਦਕਾਰਾ ਕਹਿੰਦੇ ਨੇ ਪਾਤਸ਼ਾਹ ਨੂੰ ਕਿ ਇਹ ਪਾਤਸ਼ਾਹ ਤੇਰਾ ਨਾਮ ਮੇਰੇ ਲਈ ਉਹ ਸਹਾਰਾ ਹੈ। ਮੈਂ ਗਰੀਬ ਹਾਂ, ਆਜਿਜ਼ ਹਾਂ, ਤੇਰਾ ਨਾਮ ਹੀ ਮੇਰਾ ਆਧਾਰ ਹੈ, ਉਹੀ ਮੇਰਾ ਸਹਾਰਾ ਹੈ। ਸਾਹਿਬ ਜੀ ਕਹਿੰਦੇ ਉਹ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਮਾਰਗ ਬਣਾਇਆ, ਮਾਰਗ ਤੇ ਤੁਰਨ ਦਾ ਉਪਦੇਸ਼ ਬਖਸ਼ਿਆ, ਜਿਹੜੀ ਮਰਿਆਦਾ ਬਣਾਈ, ਉਹਦੇ ਵਿੱਚ ਚੱਲਣਾ ਬਹੁਤ ਕਠਿਨ ਹੈ। ਉਹ ਮਰਿਆਦਾ ਕੀ ਹੈ? ਅੰਮ੍ਰਿਤ ਵੇਲੇ ਪਿਛਲ ਰਾਤੀ ਜਾਗਣਾ, ਇਸ਼ਨਾਨ ਕਰਨਾ, ਉਸ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਵਿੱਚ ਜੁੜਨਾ, ਬੰਦਗੀ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਫਿਰ ਦਸਾਂ ਨੌਹਾਂ ਦੀ ਕਿਰਤ ਕਰਨੀ, ਉਹਦੇ ਵਿੱਚੋਂ ਦਸਵੰਧ ਕੱਢਣਾ। ਇਹ ਮਰਿਆਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਇਸ ਮਾਰਗ ਦੇ ਬਾਬਤ ਕਿਹਾ ਹੈ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਖੰਡੇ ਨਾਲੋਂ ਤਿੱਖੀ ਧਾਰ ਹੈ ਤੇ ਵਾਲ ਨਾਲੋਂ ਬਰੀਕ ਰਸਤਾ ਹੈ। ਇਸ ਰਸਤੇ ਤੇ ਤੁਰਨਾ ਬਹੁਤ ਕਠਿਨ ਹੈ। ਜੇ ਮਨੁੱਖ ਕਹੇ ਕਿ ਮੈਂ ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ, ਆਪਣੀਆਂ ਉਕਤੀਆਂ ਜੁਗਤੀਆਂ ਨਾਲ ਜਾ ਸਕਦਾ, ਨਹੀਂ ਜਾ ਸਕਦਾ। ਬਹੁਤ ਔਖਾ ਹੈ, ਬਹੁਤ ਕਠਿਨ ਹੈ। ਸੋਢੇ ਸੁਲਤਾਨ ਪਿਤਾ ਜੀ ਨੇ ਵੀ ਉਹ ਪਾਵਨ ਉਪਦੇਸ਼ ਜਿਹੜਾ ਬਖਸ਼ਿਆ, ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਕਹਿੰਦੇ ਗੁਰੂ ਦਾ ਜਿਹੜਾ ਸਿੱਖ ਕਹਾਉਂਦਾ ਹੈ, ਉਹ ਪਿਛਲ ਰਾਤੀ ਜਾਗਦਾ ਹੈ, ਜਾਗ ਕਰਕੇ ਫਿਰ ਇਸ਼ਨਾਨ ਕਰਦਾ ਹੈ, ਇਸ਼ਨਾਨ ਕਰਕੇ ਸਿਮਰਨ ਵਿੱਚ ਜੁੜਦਾ ਹੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸਿਮਰਨ ਵਿੱਚ ਜੁੜਦਾ ਹੈ, ਫਿਰ ਗੁਰਬਾਣੀ ਪੜ੍ਹਦਾ, ਫਿਰ ਉੱਠਦਾ ਬੈਠਦਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਯਾਦ ਕਰਦਾ, ਸਿਮਰਦਾ। ਤੇ ਜਿਹੜੇ ਇਸ ਮਾਰਗ ਤੇ ਚੱਲੇ, ਉਹਨਾਂ ਨੇ ਜੀਵਨ ਜਿਹੜਾ ਆਪਣਾ ਸਫਲ ਕਰ ਲਿਆ। ਸਿੱਖ ਜਗਤ ਦੇ ਅੰਦਰ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਬੜੇ ਮਾਣ ਸਨਮਾਨ ਨਾਲ ਯਾਦ ਕਰਦੇ ਹਾਂ, ਸਿੱਖ ਕੌਮ ਦੇ ਮਹਾਨ ਯੋਧੇ, ਸੂਰਬੀਰ ਜਰਨੈਲ, ਮਹਾਨ ਸ਼ਹੀਦ ਹੋਏ ਨੇ। ਬਾਬਾ ਦੀਪ ਸਿੰਘ ਜੀ ਦਾ ਜਨਮ ਭਾਈ ਭਗਤੂ ਜੀ ਦੇ ਘਰ ਮਾਤਾ ਜਿਉਣੀ ਜੀ ਦੀ ਕੁੱਖੋਂ ਹੋਇਆ, ਪਹੂਵਿੰਡ ਨਗਰ ਦੇ ਵਿੱਚ। ਪਰਿਵਾਰ ਪਹਿਲਾਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ, ਧਾਰਮਿਕ ਬਿਰਤੀ ਦੇ ਮਾਲਕ ਸਨ, ਧਾਰਮਿਕ ਰੁਚੀਆਂ ਸਨ। ਪਿੰਡ ਦੇ ਗੁਰਸਿੱਖ ਪਾਸੋਂ ਜਿਹੜੀ ਹੈ ਉਹ ਬਾਣੀ ਸਿੱਖਣੀ ਸ਼ੁਰੂ ਕੀਤੀ। ਮਾਤਾ ਪਿਤਾ ਆਨੰਦਪੁਰ ਸਾਹਿਬ ਲੈ ਕੇ ਆਏ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਕੋਲ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਪਹੁੰਚੇ ਨੇ, ਸੰਗਤ ਕੀਤੀ, ਸੇਵਾ ਕੀਤੀ। ਇੱਥੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੀਪ ਤੋਂ ਦੀਪ ਸਿੰਘ ਬਣੇ।
ਕੁਝ ਸਮਾਂ ਇੱਥੇ ਰਹਿ ਕੇ ਵਾਪਸ ਘਰ ਚਲੇ ਗਏ। ਜੋ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਛਕ ਕੇ ਜੋ ਮਰਿਆਦਾ ਦਰਸਾਈ ਗਈ, ਉਸ ਮਰਿਆਦਾ ਦੇ ਉੱਤੇ ਚੱਲਣ ਲੱਗੇ, ਉਸ ਮੁਤਾਬਕ ਜੀਵਨ ਬਤੀਤ ਕਰਨ ਲੱਗੇ। ਬਾਣੀ ਪੜ੍ਹਨੀ ਸਾਰਾ ਦਿਨ ਬੜੇ ਸ਼ੌਂਕ ਦੇ ਨਾਲ, ਬੜੇ ਪਿਆਰ ਦੇ ਨਾਲ। ਕੀਰਤਨ ਸਿੱਖਣਾ, ਫਿਰ ਕੀਰਤਨ ਕਰਨਾ। ਇਸੇ ਤਰ੍ਹਾਂ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦੇ। ਬਾਬਾ ਦੀਪ ਸਿੰਘ ਜੀ ਜਿੱਥੇ ਚੰਗੇ ਸਿੱਖ ਕੌਮ ਦੇ ਫਿਲਾਸਫਰ ਹੋਏ, ਵਿਦਵਾਨ ਹੋਏ, ਉੱਥੇ ਨਾਲ ਹੀ ਉਹ ਮਹਾਨ ਯੋਧੇ, ਸੂਰਬੀਰ ਜਰਨੈਲ ਸਨ। ਘੋੜ ਸਵਾਰੀ ਸਿੱਖਣੀ, ਸ਼ਸਤਰ ਵਿਦਿਆ ਸਿੱਖਣੀ, ਨੇਜੇਬਾਜ਼ੀ ਸਿੱਖਣੀ। 1704 ਦੀ ਜੰਗ ਜਦੋਂ ਆਨੰਦਪੁਰ ਸਾਹਿਬ ਛੱਡਿਆ, ਮੁਕਤਸਰ ਦੀ ਆਖਰੀ ਜੰਗ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਮਦਮਾ ਸਾਹਿਬ ਪਹੁੰਚੇ। ਇੱਥੇ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪੂਰਨਤਾ ਕੀਤੀ, ਬਾਣੀ ਦਰਜ ਕਰਵਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਭਾਈ ਮਨੀ ਸਿੰਘ ਜੀ ਲਿਖਣ ਦੀ ਸੇਵਾ ਕੀਤੀ। ਬਾਬਾ ਦੀਪ ਸਿੰਘ ਜੀ ਨੇ ਜਿਹੜੀ ਸਮੱਗਰੀ ਸੀ, ਸ਼ਾਹੀ ਸੀ, ਕਲਮਾਂ ਸਨ ਆਦਿ ਕੋ ਤਿਆਰ ਕਰਨੀਆਂ, ਬੜੀ ਭਾਵਨਾ ਨਾਲ ਸੇਵਾ ਕਰਨੀ। ਹਜੂਰ ਸਾਹਿਬ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰਤਾ ਗੱਦੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਪੰਜ ਪਿਆਰੇ ਜਿਹੜੇ ਉਸ ਵਕਤ, ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਗੁਰਿਆਈ ਬਖਸ਼ੀ ਤੇ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਵੀ ਸ਼ਾਮਲ ਸਨ। ਜੀਵਨ ਇਹਨਾਂ ਉੱਚਾ ਸੁੱਚਾ ਬਣ ਚੁੱਕਾ ਸੀ। ਉਸ ਮਾਰਗ ਦੇ ਪਾਂਧੀ ਸਨ, ਉਸ ਮਾਰਗ ਤੇ ਚੱਲਦੇ ਸਨ, ਗੁਰੂ ਦੀ ਦੱਸੀ ਮਰਿਆਦਾ ਵਿੱਚ ਰਹਿੰਦੇ ਸਨ। ਗੁਰੂ ਸਾਹਿਬ ਦਾ ਹੁਕਮ ਲੈ ਕੇ ਦਮਦਮਾ ਸਾਹਿਬ ਆ ਗਏ। ਇੱਥੇ 4 ਉਤਾਰੇ ਕੀਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ। ਕਿਉਂਕਿ ਗੁਰਸਿੱਖ ਦਾ ਜਿਹੜਾ ਕਾਰਜ ਹੈ, ਗੁਰਸਿੱਖ ਦਾ ਜਿਹੜਾ ਜੀਵਨ ਹੈ, ਉਹ ਇਹ ਹੈ, ਆਪ ਜਪੈ ਅਵਰੈ ਨਾਮ ਜਪਾਵੈ। ਤੇ ਜਿਹੜਾ ਏਦਾਂ ਜੀਵਨ ਹੈ, ਅਖੀਰ ਵਿੱਚ ਪਾਤਸ਼ਾਹ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਕਿਹਦੀ? ਜੋ ਆਪ ਜਪੈ ਅਵਰੈ ਨਾਮ ਜਪਾਵੈ। ਕਹਿੰਦੇ ਉਹਦੀ ਮੈਂ ਚਰਨ ਧੂੜ ਮੰਗਦਾ। ਇੱਥੇ ਰਹਿ ਕੇ 4 ਉਤਾਰੇ ਕੀਤੇ ਜਿਹੜੇ ਤਖਤ ਸਾਹਿਬਾਨ ਤੇ ਅੱਜ ਵੀ ਪ੍ਰਕਾਸ਼ ਹੁੰਦਾ। ਗੁਰਬਾਣੀ ਦੀਆਂ ਬੇਅੰਤ ਪੋਥੀਆਂ ਲਿਖੀਆਂ, ਗੁਰਬਾਣੀ ਦਾ ਪ੍ਰਚਾਰ ਕੀਤਾ, ਗੁਰਬਾਣੀ ਦੀ ਜਿਹੜੀ ਹੈ ਸ਼ੁੱਧ ਉਚਾਰਨ ਸੰਥਿਆ ਦੇਣੀ ਸ਼ੁਰੂ ਕੀਤੀ। ਜਿੱਥੋਂ ਦਮਦਮੀ ਟਕਸਾਲ ਦਾ ਆਰੰਭ ਹੁੰਦਾ, ਦਮਦਮਾ ਸਾਹਿਬ ਰਹਿ ਕੇ ਬਾਬਾ ਜੀ ਨੇ ਸੇਵਾ ਨਿਭਾਈ। ਤੇ ਜਿੱਥੇ ਬੇਅੰਤ ਪੋਥੀਆਂ ਲਿਖੀਆਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 4 ਉਤਾਰੇ ਕੀਤੇ, ਉੱਥੇ ਜੇ ਸਮਾਂ ਆਇਆ ਜਹਾਨ ਖਾਨ ਵਰਗੇ ਚੜ੍ਹ ਕੇ ਹਰਮੰਦਰ ਸਾਹਿਬ ਤੇ ਆਏ, ਜਿਨ੍ਹਾਂ ਨੇ ਸਰੋਪੂਰ ਦਿੱਤਾ ਤੇ ਪਿਛਲੀ ਉਮਰ ਦੇ ਵਿੱਚ 18 ਸੇਰ ਦਾ ਫਿਰ ਖੰਡਾ ਵੀ ਵਾਇਆ। ਦੁਸ਼ਮਣ ਦੇ ਆਹੂ ਵੀ ਲਾਏ, ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਵੀ ਲਿਆ। ਸੀਸ ਤਲੀ ਤੇ ਧਰ ਕੇ ਲੜੇ ਤੇ ਜਿਹੜੀ ਅਰਦਾਸ ਸੀ, ਸੀਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟ ਕੀਤਾ। ਉਹ ਹੈ ਗੁਰਸਿੱਖ ਦਾ ਜੀਵਨ। ਇਹ ਹੈ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦੇ ਜਿਨ੍ਹਾਂ ਨੇ ਕਮਾਈ ਕੀਤੀ। ਹੈ ਬਹੁਤ ਕਠਿਨ, ਪਰ ਜਦੋਂ ਚੱਲ ਪੈਨੇ ਉਹਦੇ ਮਾਰਗ ਦੇ ਪਾਂਧੀ ਬਣ ਜਾਂਦੇ ਆ, ਫਿਰ ਉੱਥੇ ਹੈ ਬਹੁਤ ਆਨੰਦ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਇਸ ਮਾਰਗ ਤੇ ਚੱਲਣਾ ਬਹੁਤ ਕਠਿਨ ਹੈ, ਬਿਨਾਂ ਸਹਾਰੇ ਤੋਂ ਚੱਲਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਪਾਵਨ ਉਪਦੇਸ਼ ਦੇ ਕੇ ਬਖਸ਼ਿਸ਼ ਕਰਕੇ ਸਮਝਾ ਰਹੇ ਨੇ। ਆਓ ਰਲ ਮਿਲ ਕੇ ਪਾਵਨ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ।
ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜਨ ਦੇ ਲਈ ਦਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉ ਚਾਲੈ ਗੁਰ ਚਾਲੀ। ਸਤਿਗੁਰੂ ਪਾਤਸ਼ਾਹ ਜੀ ਸ਼ਬਦ ਦੀ ਆਰੰਭਤਾ ਕਰਦਿਆਂ ਬਖਸ਼ਿਸ਼ ਕਰ ਰਹੇ ਨੇ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉ ਚੱਲ ਹੈ ਗੁਰ ਚਾਲੀ। ਐ ਦਾਤਾਰ ਪਿਤਾ ਜੀਓ, ਅਸੀਂ ਅਗਿਆਨਤਾ ਦੇ ਕਾਰਨ ਅੰਨੇ ਹਾਂ। ਸਾਡੀ ਵੀ ਹਾਲਤ ਉਸ ਅੰਨੇ ਮਨੁੱਖ ਵਰਗੀ ਹੈ ਜਿਹੜਾ ਬਿਨਾਂ ਸਹਾਰੇ ਤੋਂ ਨਹੀਂ ਚੱਲ ਸਕਦਾ। ਸਾਡੀ ਹਾਲਤ ਵੀ ਉਹਦੇ ਵਰਗੀ ਹੈ। ਬਿਖੈ ਬਿਖਰਾਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਅਸੀਂ ਜਿਹੜੇ ਆ ਫਸੇ ਹੋਏ ਹਾਂ। ਸੰਸਾਰ ਦੇ ਵਿਸ਼ਿਆਂ ਵਿਕਾਰਾਂ ਵਿੱਚ ਫਸੇ ਹੋਏ ਹਾਂ। ਅਕਲ ਤੋਂ ਅੰਨੇ ਹਾਂ। ਅਗਿਆਨਤਾ ਦੇ ਕਾਰਨ ਹਨੇਰੇ ਵਿੱਚ ਠੋਕਰਾਂ ਖਾ ਰਹੇ ਹਾਂ। ਕਿਉਂ ਚੱਲ ਹੈ ਗੁਰ ਚਾਲੀ। ਗੁਰੂ ਦੀ ਦੱਸੀ ਹੋਈ ਜਿਹੜੀ ਮਰਿਆਦਾ ਹੈ, ਗੁਰੂ ਦਾ ਦੱਸਿਆ ਹੋਇਆ ਜਿਹੜਾ ਰਾਹ ਹੈ, ਉਸ ਮਾਰਗ ਤੇ ਅਸੀਂ ਕਿਵੇਂ ਤੁਰ ਸਕਦੇ ਹਾਂ? ਅਗਿਆਨੀ ਆ, ਗਿਆਨ ਸਾਡੇ ਕੋਲ ਨਹੀਂ, ਅਕਲ ਤੋਂ ਹੀਨੇ ਆ, ਤੇ ਗਿਆਨ ਨਾ ਹੋਣ ਕਰਕੇ ਅਸੀਂ ਸਾਡੀ ਹਾਲਤ ਵੀ ਅੰਨਿਆਂ ਵਰਗੀ ਹੈ। ਤੇ ਅੰਨੇ ਹੋਣ ਕਰਕੇ ਅਸੀਂ ਵੀ ਦੱਸੇ ਹੋਏ ਮਾਰਗ ਤੇ ਜਿਹੜਾ ਹੈ ਉਹ ਨਹੀਂ ਤੁਰ ਸਕਦੇ। ਕਿਉਂਕਿ ਕੇਵਲ ਮਨੁੱਖ ਜੇ ਕਹੀਏ ਕਿ ਕਿਸੇ ਮਨੁੱਖ ਦੇ ਕੋਲ ਨੇਤਰ ਨਹੀਂ, ਅੱਖਾਂ ਦੀ ਜੋਤ ਨਹੀਂ, ਉਹੀ ਅੰਨਾ ਹੈ। ਠੀਕ ਹੈ ਕਿ ਉਹਨੂੰ ਅੱਖਾਂ ਦੀ ਜੋਤ ਨੇਤਰ ਨਾ ਹੋਣ ਕਰਕੇ ਬਾਹਰ ਨਜ਼ਰ ਨਹੀਂ ਆਉਂਦਾ, ਪਰ ਕਈ ਜਿਹੜੇ ਨੇਤਰਹੀਨ ਬੜੇ ਬੜੇ ਵਿਦਵਾਨ ਵੀ ਹੋਏ ਨੇ, ਜਿਨ੍ਹਾਂ ਨੂੰ ਅੰਦਰੋਂ ਗਿਆਨ ਸੀ। ਕਿੰਨੇ ਗੁਰੂ ਘਰ ਦੇ ਵਿੱਚ ਕੀਰਤਨੀਏ, ਮਹਾਨ ਕੀਰਤਨੀਏ ਹੋਏ। ਜਿਸ ਮਨੁੱਖ ਦੇ ਕੋਲ ਗਿਆਨ ਨਹੀਂ, ਅਗਿਆਨੀ ਹੈ, ਵਿਸ਼ਿਆਂ ਵਿਕਾਰਾਂ ਵਿੱਚ ਫਸਿਆ ਹੋਇਆ, ਅਸਲ ਵਿੱਚ ਉਹ ਮਨੁੱਖ ਅੰਨਾ ਹੈ। ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਤੇ ਤੁਰਨ ਵਾਸਤੇ ਇਹ ਅੱਖਾਂ ਨਹੀਂ, ਉਹ ਅੱਖਾਂ ਹੋਰ ਨੇ। ਨਾਨਕ ਸੇ ਅੱਖੜੀਆਂ ਬਿਆਨ ਜਿਨੇ ਦਸੰਦੋ ਮਾਪਿਰੀ। ਉਹ ਅੱਖਾਂ ਹੋਰ ਨੇ। ਉਹ ਨੇਤਰ ਗਿਆਨ ਦੇ ਨੇਤਰ ਨੇ। ਗਿਆਨ ਰੂਪੀ ਨੇਤਰਾਂ ਦੇ ਨਾਲ ਉਹ ਮਾਰਗ ਨੂੰ ਵੇਖਿਆ ਜਾ ਸਕਦਾ, ਉਹਦੇ ਉੱਤੇ ਤੁਰਿਆ ਜਾ ਸਕਦਾ। ਸੋ ਸਾਡੀ ਵੀ ਇਹ ਹਾਲਤ ਹੈ। ਅਸੀਂ ਆਪ ਜੀ ਦੀ ਚਲਾਈ ਹੋਈ ਮਰਿਆਦਾ, ਜਿਹੜਾ ਤੁਹਾਡਾ ਗਾਡੀ ਰਾਹ ਚਲਾਇਆ, ਉਹਦੇ ਤੇ ਕਿਵੇਂ ਤੁਰ ਸਕਦੇ ਹਾਂ, ਕਿਵੇਂ ਚੱਲ ਸਕਦੇ ਹਾਂ? ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਹਾਂ, ਜਗਿਆਸੂ ਦੀ ਅਰਦਾਸ ਬੇਨਤੀ। ਸਤਿਗੁਰੂ ਬੇਨਤੀ ਕਰਦਾ ਫਿਰ ਜਗਿਆਸੂ ਕਿ ਤੁਸੀਂ ਦਇਆਲੂ ਹੋ, ਦਇਆ ਦਾ ਘਰ ਹੋ, ਸੁਖ ਦਾਤੇ, ਸੁੱਖਾਂ ਦੇ ਦਾਤੇ ਹੋ ਪਾਤਸ਼ਾਹ। ਤੇ ਜਗਿਆਸੂ ਦੀ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ, ਕਰੋ ਕਿਰਪਾ ਪਾਤਸ਼ਾਹ। ਸਤਿਗੁਰ ਦਇਆ ਕਰੇ ਸੁਖ ਦਾਤਾ, ਸਤਿਗੁਰ ਦਇਆ ਕਰੇ ਸੁਖ ਦਾਤਾ, ਸਤਿਗੁਰ ਦਇਆ ਕਰੇ ਸੁਖ ਦਾਤਾ, ਸਤਿਗੁਰ ਦਇਆ ਕਰੇ ਸੁਖ ਦਾਤਾ। ਹਮ ਲਾਵੈ ਆਪਨ ਪਾਲੇ, ਹਮ ਲਾਵੈ ਆਪਨ ਪਾਲੇ, ਹਮ ਲਾਵੈ ਆਪਨ ਪਾਲੀ, ਹਮ ਲਾਵੈ ਆਪਨ ਪਾਲੀ। ਜਗਿਆਸੂ ਅਰਦਾਸ ਕਰਦਾ, ਪਾਤਸ਼ਾਹ ਤੁਸੀਂ ਦਇਆ ਦੇ ਸੋਮੇ ਹੋ,
ਸੁੱਖਾਂ ਦੇ ਦਾਤੇ ਹੋ। ਇਹ ਦਇਆ ਦੇ ਘਰ ਸਤਿਗੁਰੂ ਸੁੱਖਾਂ ਦੇ ਦਾਤੇ, ਕਰੋ ਕਿਰਪਾ ਸਾਨੂੰ ਆਪਣੇ ਪੱਲੇ ਨਾਲ ਲਾ ਲਵੋ, ਸਾਨੂੰ ਆਪਣਾ ਪੱਲਾ ਪਕੜਾ ਦਿਓ। ਜਿਵੇਂ ਇੱਕ ਅੰਨਾ ਮਨੁੱਖ ਕਿਸੇ ਦਾ ਹੱਥ ਪਕੜ ਕੇ ਮਗਰ ਮਗਰ ਤੁਰ ਪੈਂਦਾ ਹੈ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਸਹਾਰਾ ਲੈ ਕੇ, ਉਸੇ ਤਰ੍ਹਾਂ ਪਾਤਸ਼ਾਹ ਇਸ ਮਾਰਗ ਤੇ ਤੁਰਨ ਵਾਸਤੇ ਸਾਡੇ ਕੋਲ ਵੀ ਉਹ ਨੇਤਰ ਨਹੀਂ ਹਨ। ਕਿਰਪਾ ਕਰੋ, ਤੁਸੀਂ ਸੁੱਖਾਂ ਦੇ ਦਾਤੇ ਹੋ, ਦਿਆਲੂ ਹੋ, ਸਾਡੇ ਤੇ ਦਇਆ ਕਰਕੇ ਤੁਸੀਂ ਜਿਹੜਾ ਆਪਣਾ ਪੱਲਾ ਹੈ ਉਹ ਨਾਮ ਰੂਪੀ ਪੱਲਾ ਸਾਨੂੰ ਪਕੜਾ ਦਿਓ, ਜਿਸ ਨਾਮ ਰੂਪੀ ਪੱਲੇ ਨੂੰ ਪਕੜ ਕਰਕੇ ਇਸ ਰਸਤੇ ਤੇ ਅਸੀਂ ਚੱਲ ਸਕੀਏ, ਆਪਣੀ ਮੰਜ਼ਿਲ ਤੇ ਪਹੁੰਚ ਸਕੀਏ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਐ ਗੁਰਸਿੱਖ ਮਿੱਤਰੋ, ਚੱਲੋ ਗੁਰ ਚਾਲੀ। ਜਿਹੜੀ ਗੁਰੂ ਦੀ ਦੱਸੀ ਹੋਈ ਚਾਲ ਹੈ, ਜਿਹੜੀ ਗੁਰੂ ਦੀ ਦੱਸੀ ਹੋਈ ਮਰਿਆਦਾ ਹੈ, ਉਹ ਮਰਿਆਦਾ ਦੇ ਮੁਤਾਬਕ ਚੱਲਣਾ ਕਰੋ। ਉਸ ਮਾਰਗ ਤੇ, ਗੁਰੂ ਦੀ ਦੱਸੇ ਹੋਏ ਮਾਰਗ ਤੇ, ਗੁਰੂ ਦੀ ਦਿੱਤੀ ਹੋਈ ਮੱਤ ਦੇ ਅਨੁਸਾਰ ਜਿਹੜਾ ਉਹ ਚੱਲਣਾ ਕਰੋ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿਉਂਕਿ ਗੁਰੂ ਦਾ ਦੱਸਿਆ ਹੋਇਆ ਰਾਹ, ਉਹਦੇ ਉੱਤੇ ਤੁਰਦਿਆਂ ਹੋਇਆਂ ਜੋ ਗੁਰ ਕਹੈ, ਫਿਰ ਜੋ ਗੁਰੂ ਕਹਿੰਦਾ ਸੋਈ ਭਲ ਮਾਨੋ, ਨੂੰ ਭਲਾ ਕਰਕੇ ਮੰਨਣਾ ਕਰੋ, ਜਾਣਨਾ ਕਰੋ। ਇਹ ਨਹੀਂ ਕਿ ਗੁਰੂ ਉਪਦੇਸ਼ ਦੇ ਕੇ ਸਮਝਾਵੇ ਤੇ ਜਗਿਆਸੂ ਕਹੇ ਨਹੀਂ ਇਹ ਏਦਾਂ ਨਹੀਂ ਮੈਂ ਕਰਨਾ, ਏਦਾਂ ਨਹੀਂ ਹੋ ਸਕਦਾ। ਅੱਜ ਕੱਲ ਚੱਲ ਰਿਹਾ ਨਾ ਕਿੰਤੂ ਪਰੰਤੂ ਬਹੁਤ ਹੈ। ਜੋ ਗੁਰ ਕਹੈ, ਜੋ ਗੁਰੂ ਕਹਿੰਦਾ ਸੋਈ ਭਲ ਮਾਨੋ, ਨੂੰ ਭਲਾ ਕਰਕੇ ਮੰਨਣਾ ਕਰੋ। ਹਰ ਹਰ ਕਥਾ ਨਿਰਾਲੀ, ਉਸ ਹਰੀ ਵਾਹਿਗੁਰੂ ਪਰਮੇਸ਼ਰ ਦੀ ਕਥਾ ਜਿਹੜੀ ਆ ਉਹ ਨਿਰਾਲੀ ਹੈ। ਰਹਾਓ ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। ਐ ਹਰੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਜਨੋ ਸੁਣੋ, ਗੁਰ ਸੇਵੋ, ਗੁਰੂ ਦੀ ਸ਼ਰਨ ਵਿੱਚ ਆ ਕੇ ਉਹਨੂੰ ਸੇਵਨਾ ਕਰੋ, ਅਰਾਧਨਾ ਕਰੋ ਉਹਦੀ। ਬੇਗ ਬੇਗਾਲੀ, ਬੇਗ ਹੁੰਦਾ ਛੇਤੀ ਤੇ ਬੇਗਾਲੀ ਤੋਂ ਭਾਵ ਬਹੁਤ ਛੇਤੀ। ਦੇਰੀ ਨਾ ਕਰੋ, ਛੇਤੀ ਬਹੁਤ ਛੇਤੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਸੇਵਨਾ ਕਰੋ, ਉਸ ਪਰਮੇਸ਼ਰ ਦੀ ਅਰਾਧਨਾ ਕਰੋ। ਸਤਿਗੁਰ ਸੇਵ ਖਰਚ ਹਰ ਬਾਧੋ, ਮਤ ਜਾਣੋ ਆਜ ਕੇ ਕਾਲੀ। ਆਪਾਂ ਸਫ਼ਰ ਵਿੱਚ ਨਿਕਲਦੇ ਆਂ ਤੇ ਸਫ਼ਰ ਤੇ ਜਾਣ ਤੋਂ ਪਹਿਲਾਂ ਪੱਲੇ ਖਰਚ ਬਣਦੇ ਆਂ, ਜੇਬ ਵਿੱਚ ਮਾਇਆ ਪਾਉਂਦੇ ਆ ਨਾ, ਫਿਰ ਤੁਰਦੇ ਆਂ ਸਫ਼ਰ ਤੇ ਵੀ। ਸਫ਼ਰ ਤੇ ਨਿਕਲਣਾ, ਮਾਇਆ ਦੀ ਲੋੜ ਪੈਣੀ ਹੈ। ਹੁਣ ਇਸ ਮਾਰਗ ਤੇ ਤੁਰਨ ਵਾਸਤੇ ਵੀ ਜਿਹੜਾ ਹੈ ਉਹ ਖਰਚਾ ਚਾਹੀਦਾ, ਉਹਦੇ ਲਈ ਧਨ ਚਾਹੀਦਾ। ਦੁਨਿਆਵੀ ਕਿਤੇ ਸਫ਼ਰ ਤੇ ਜਾਣਾ ਤੇ ਉਹਦੇ ਵਾਸਤੇ ਦੁਨਿਆਵੀ ਧਨ ਹੈ, ਤੇ ਜਿਹੜੇ ਅਧਿਆਤਮਿਕ ਮਾਰਗ ਦੇ ਜਿਨ੍ਹਾਂ ਨੇ ਪਾਂਧੇ ਬਣਨਾ ਉਹਨਾਂ ਕੋਲ ਧਨ ਚਾਹੀਦਾ। ਉਹਨਾਂ ਕੋਲ ਕਿਹੜਾ ਧਨ ਹੈ? ਉਹ ਹੈ ਨਾਮ ਧਨ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਉਹ ਨਾਮ ਦੀ ਖੱਟੀ, ਨਾਮ ਦਾ ਖਰਚਾ ਪੱਲੇ ਬੰਨਣਾ ਕਰੋ। ਸਤਿਗੁਰ ਸੇਵ, ਉਹ ਮਿਲੇਗਾ ਕਿੱਥੋਂ? ਗੁਰੂ ਕੋਲ ਆ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਨਾ, ਆਰਾਧਨਾ। ਖਰਚ ਹਰ ਵੱਧ ਹੋ, ਉਹ ਨਾਮ ਨੂੰ ਸਿਮਰ ਕਰਕੇ, ਨਾਮ ਰੂਪੀ ਖਰਚਾ ਜਿਹੜਾ ਹੈ, ਧਨ ਹੈ, ਉਹ ਪੱਲੇ ਬੰਨਣਾ ਕਰੋ। ਤੁਸੀਂ ਉਸ ਸਫ਼ਰ ਤੇ ਜਾਣਾ, ਬੜਾ ਲੰਬਾ ਪੈਂਡਾ ਤੈਅ ਕਰਨਾ। ਮਤ ਜਾਣੋ ਆਜ ਕੇ ਕਾਲੀ, ਮਤਾਂ ਕਿਤੇ ਅੱਜ ਕੱਲ ਕਰਦਿਆਂ ਸਮਾਂ ਲੰਘਾ ਦਿਓ। ਕਈ ਵਾਰੀ ਹੁੰਦਾ ਨਾ, ਆਪਾਂ ਕਹਿੰਦੇ ਆ
ਕਿ ਸਿਮਰਨ ਕਰ ਲੋ, ਬਾਣੀ ਪੜ੍ਹ ਲੋ, ਅੰਮ੍ਰਿਤ ਛਕ ਲੋ। ਕੋਈ ਨਹੀਂ ਜੀ, ਛਕ ਲਵਾਂਗੇ, ਪੜ੍ਹ ਲਵਾਂਗੇ, ਜੇ ਕਿਹੜਾ ਟਾਈਮ ਹੋਇਆ, ਬੜਾ ਸਮਾਂ ਪਿਆ, ਬੜੀ ਜ਼ਿੰਦਗੀ ਪਈ ਹੈ। ਪਰ ਪਾਤਸ਼ਾਹ ਤਾਂ ਹੋਰ ਕੁਝ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਪਾਤਸ਼ਾਹ ਤੇ ਕਹਿੰਦੇ ਕਿ ਤੇਰੀ ਮੋਹਲਤ ਹੀ ਨਹੀਂ। ਆ ਬੰਦਾ ਕੋਈ ਚੀਜ਼ ਬਣਾਏ ਤੇ ਉਹਦੇ ਦੱਸ ਦਿੰਦਾ ਕਿ ਇੰਨੇ ਸਾਲ ਦੀ ਗਰੰਟੀ ਹੈ, ਇੰਨੇ ਸਾਲ ਦੀ ਗਰੰਟੀ ਹੈ। ਬੰਦੇ ਦੀ ਬਣਾਈ ਹੋਈ ਚੀਜ਼ ਦੀ ਤਾਂ ਗਰੰਟੀ ਹੈ, ਪਰ ਬੰਦੇ ਦੀ ਕੋਈ ਗਰੰਟੀ ਨਹੀਂ। ਆਦਮੀ, ਦਮ ਦਾ ਆਦਮੀ ਹੈ। ਦਮ ਜਿਹੜਾ ਅੰਦਰ ਗਿਆ, ਜੇ ਉਹ ਬਾਹਰ ਵਾਪਸ ਆ ਗਿਆ ਤੇ ਆਦਮੀ ਹੈ, ਜੇ ਵਾਪਸ ਨਹੀਂ ਆਇਆ ਤੇ ਮਿੱਟੀ ਦੀ ਢੇਰੀ ਹੈ। ਬੰਦਾ ਕਹਿੰਦਾ ਹੈ ਕਿ ਮੈਂ ਜਿਹੜਾ ਉਹ ਕਰ ਲਵਾਂਗਾ ਜੀ, ਬੜਾ ਸਮਾਂ, ਅਜੇ ਕਿਹੜਾ ਸਮਾਂ ਹੋ ਗਿਆ, ਬੜੀ ਉਮਰ ਪਈ ਹੈ, ਛਕ ਲਵਾਂਗੇ ਅੰਮ੍ਰਿਤ, ਅਜੇ ਦੁਨੀਆ ਦੇ ਰੰਗ ਤਮਾਸ਼ੇ ਵੇਖ ਲਈਏ, ਦੁਨੀਆ ਦੇ ਭੋਗ ਲਈਏ, ਕੋਈ ਨਹੀਂ, ਬੜਾ ਸਮਾਂ। ਪਰ ਪਾਤਸ਼ਾਹ ਕਹਿੰਦੇ ਵੇਖੀ ਕਿਤੇ ਮਤ ਜਾਣੋ ਆਜ ਕੇ ਕਾਲੇ, ਕਿਤੇ ਮਤਾਂ ਅੱਜ ਕੱਲ ਕਰਦਿਆਂ ਤੇਰਾ ਟਾਈਮ ਲੰਘ ਜੇ। ਕਿਉਂਕਿ ਪਾਤਸ਼ਾਹ ਕਹਿੰਦੇ ਬੀਤ ਜਹਿ ਜਨਮ ਆਕਾਜ ਰੇ, ਤੇਰਾ ਜਨਮ ਬੀਤਦਾ ਜਾ ਰਿਹਾ ਹੈ, ਮੌਤ ਦਾ ਸਮਾਂ ਤੇਰੇ ਨੇੜੇ ਆ ਰਿਹਾ ਹੈ। ਇਸ ਕਰਕੇ ਅੱਜ ਕੱਲ ਕਰਦਿਆਂ ਮਤਾ ਤੂੰ ਸਮਾਂ ਗਵਾ ਦੇਵੇ, ਤੂੰ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੀ ਸ਼ਰਨ ਦੇ ਵਿੱਚ ਆ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਨਾ ਕਰ, ਆਰਾਧਨਾ ਕਰ। ਨਾਮ ਰੂਪੀ ਜਿਹੜਾ ਧਨ ਹੈ ਉਹ ਪੱਲੇ ਬੰਨ, ਜਿਹੜਾ ਤੇਰਾ ਉਸ ਰਸਤੇ ਤੇ ਜਾਂਦਿਆਂ ਹੋਇਆਂ ਜਦੋਂ ਤੂੰ ਸੰਸਾਰ ਨੂੰ ਛੱਡ ਕਰਕੇ ਜਾਣਾ, ਉਹ ਖਰਚ ਜਦੋਂ ਤੇਰੇ ਪੱਲੇ ਹੋਵੇਗਾ ਤੇ ਫਿਰ ਤੈਨੂੰ ਕੋਈ ਔਖ ਨਹੀਂ ਹੋਵੇਗੀ। ਉਹ ਜਿਹੜਾ ਨਾਮ ਰੂਪੀ ਧਨ ਹੈ, ਖਰਚ, ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਪੱਲੇ ਬੰਨ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚੱਲੈ ਹਰ ਨਾਲੀ। ਹਰ ਕੇ ਸੰਤ, ਇਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਸੰਤ ਜਨੋ, ਜਪੋ ਹਰ ਜਪਣਾ, ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪਣਾ ਕਰੋ। ਉਹਨਾਂ ਸੰਤ ਜਨਾਂ ਦੀ ਸੰਗਤ ਕਰਦੇ ਆ, ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪੋ। ਹਰ ਸੰਤ ਚੱਲੈ ਹਰ ਨਾਲੀ, ਫਿਰ ਹਰੀ ਵਾਹਿਗੁਰੂ ਪਰਮੇਸ਼ਰ ਆਪਣੇ ਸੰਤਾਂ ਦੇ ਨਾਲ ਚੱਲਦਾ, ਨਾਲ ਰਹਿੰਦਾ ਹੈ, ਉਹਨਾਂ ਦੀ ਮਦਦ ਕਰਦਾ ਹੈ, ਸਹਾਇਤਾ ਕਰਦਾ ਹੈ। ਕਿਉਂਕਿ ਸੰਸਾਰ ਦੇ ਅੰਦਰ ਮਨੁੱਖ ਬੜੇ ਸਾਧਨ ਜਟਾਉਂਦਾ ਹੈ, ਧਨ ਜੋੜਦਾ ਹੈ, ਸਵਾਸ ਨਿਕਲਦੇ ਨੇ, ਧਨ ਉੱਥੇ ਹੀ ਖਤਮ। ਰਿਸ਼ਤੇ ਨਾਤੇ ਬਣਾਉਂਦਾ ਹੈ, ਸੰਸਕਾਰ ਹੋਇਆ ਤੇ ਸਾਰਾ ਕੁਝ ਉੱਥੇ ਖਤਮ। ਹੁਣ ਅੱਗੇ ਤੇ ਨਾਲ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਾਣਾ ਹੈ, ਜਿਹਨੇ ਮਦਦ ਕਰਨੀ ਹੈ, ਸਹਾਇਤਾ ਕਰਨੀ ਹੈ। ਇਸ ਕਰਕੇ ਉਹ ਹਰੀ ਵਾਹਿਗੁਰੂ ਪਰਮੇਸ਼ਰ ਫਿਰ ਆਪਣੇ ਪਿਆਰਿਆਂ ਦੇ ਨਾਲ ਜਿਹੜਾ ਚੱਲਾ ਹਰ ਨਾਲੀ, ਉਹਨਾਂ ਦੇ ਨਾਲ ਚੱਲਦਾ ਹੈ, ਉਹਨਾਂ ਦੀ ਅੰਤ ਸਮੇਂ ਵੀ ਸਹਾਇਤਾ ਕਰਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਨ ਹਰ ਜਪਿਆ, ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ, ਫਿਰ ਕੀ ਹੋਇਆ? ਸੇ ਹਰ ਹੋਏ, ਕਹਿੰਦੇ ਉਹਦਾ ਹੀ ਰੂਪ ਹੋ ਗਏ, ਉਹਦਾ ਹੀ ਰੂਪ ਹੋ ਗਏ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ, ਸਾਰਗ ਪਾਨੀ ਰਾਮ ਕਬੀਰਾ, ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਏ। ਜਿਵੇਂ ਜਲ ਦੀਆਂ ਤਰੰਗਾਂ ਉੱਠਦੀਆਂ ਨਾ ਜਲ ਵਿੱਚੋਂ, ਤੇ ਉਹਦੇ ਵਿੱਚ ਹੀ ਸਮਾ ਜਾਂਦੀਆਂ, ਉਹਦਾ ਹੀ ਰੂਪ ਹੋ ਜਾਂਦੀਆਂ ਨੇ। ਫਿਰ ਇਸੇ ਤਰ੍ਹਾਂ ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਉਹ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪਦਿਆਂ ਜਪਦਿਆਂ ਉਹਦਾ ਹੀ ਰੂਪ ਹੋ ਜਾਂਦੇ ਨੇ। ਉਹਨਾਂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ, ਉਹਦਾ ਹੀ ਰੂਪ ਹੋ ਜਾਂਦੇ ਨੇ। ਹਰ ਮਿਲਿਆ ਕੇਲ ਕੇ ਲਾਲੀ, ਉਹ ਚੋਜ ਕਰਨ ਵਾਲਾ ਜਿਹੜਾ ਕੇ ਲਾਲੀ ਪ੍ਰਮਾਤਮਾ ਹੈ, ਉਹ ਫਿਰ ਉਹਨਾਂ ਨੂੰ ਮਿਲ ਪੈਂਦਾ ਹੈ। ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਹਰ ਹਰ ਜਪਨ ਜਪ ਲੋਚ ਲਚਾਨੀ, ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਪਣ ਦੀ ਜਿਹੜੀ ਮੇਰੇ ਮਨ ਅੰਦਰ ਲੋਚਾ ਬਣੀ ਹੈ,
ਜਗਿਆਸੂ ਬੇਨਤੀ ਕਰਦਾ ਹੈ ਕਿ ਐ ਸਤਿਗੁਰੂ ਜੀਓ ਕਿਰਪਾ ਕਰੋ ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਿਹੜੀ ਮੇਰੇ ਮਨ ਅੰਦਰ ਜਪਣ ਦੀ ਲੋਚਾ ਹੈ, ਹਰ ਕਿਰਪਾ ਕਰ ਬਨਵਾਲੀ ਬਨ ਸੰਸਾਰ ਰੂਪੀ ਬਨ ਦੇ ਵਾਲੀ ਮਾਲਕ ਵਾਹਿਗੁਰੂ ਪਰਮੇਸ਼ਰ ਜੀਓ ਮੇਰੇ ਤੇ ਕਿਰਪਾ ਕਰਕੇ ਮੇਰੀ ਇਹ ਲੋਚਾ ਪੂਰੀ ਕਰ ਦਿਓ। ਸਾਡੀ ਇਹ ਅਰਦਾਸ ਬਣ ਜਾਏ ਗੁਰੂ ਦੇ ਕੋਲੋਂ, ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ, ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵਹੁ। ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਚਾਓ ਬਣ ਜਾਵੇ, ਇਹ ਬੇਨਤੀ ਹੋਵੇ ਗੁਰੂ ਚਰਨਾਂ ਦੇ ਵਿੱਚ। ਮੇਰੀ ਇਹ ਲੋਚਾ ਹੈ ਪਾਤਸ਼ਾਹ, ਐ ਵਾਹਿਗੁਰੂ ਪਰਮੇਸ਼ਰ ਸੰਸਾਰ ਰੂਪੀ ਵਣ ਦੇ ਮਾਲਕ, ਕਿਰਪਾ ਕਰਕੇ ਮੇਰੀ ਇਹ ਜਿਹੜੀ ਲੋਚਾ ਉਹ ਪੂਰੀ ਕਰ ਦੇਵੋ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗ ਰਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲ ਹੋ। ਨਾਨਕ ਦੀ ਇਹ ਅਰਦਾਸ ਹੈ, ਸਾਧ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਬਖਸ਼ ਕੇ ਉਹਨਾਂ ਦੀ ਸੰਗਤ ਦੇ ਵਿੱਚੋਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੈਨੂੰ ਮਿਲਾ ਦਿਓ। ਜਨ ਨਾਨਕ ਸੰਗਤ ਸਾਧ ਹਰ ਮਿਲ ਹੋ, ਹਮ ਸਾਧ ਜਨਾ ਪਗ ਰਾਲੀ। ਤੇਰੇ ਪਿਆਰਿਆਂ ਦੀ ਚਰਨ ਧੂੜ ਬਣ ਜਾਈਏ, ਤੇਰੇ ਪਿਆਰਿਆਂ ਦੀ ਸ਼ਰਨ ਬਖਸ਼ ਦੇ, ਸੰਗਤ ਬਖਸ਼ ਦੇ, ਤਾਂ ਕਿ ਉਹਨਾਂ ਦੇ ਨਾਲ ਮਿਲ ਕੇ ਅਸੀਂ ਵੀ ਉਸ ਮਾਰਗ ਤੇ ਤੇਰੀ ਦੱਸੀ ਹੋਈ ਮਰਿਆਦਾ ਦੇ ਵਿੱਚ ਚੱਲ ਕਰਕੇ ਜੀਵਨ ਨੂੰ ਸਫਲ ਕਰ ਸਕੀਏ। ਸੋ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਜੀ ਨੇ ਬਖਸ਼ਿਸ਼ ਕਰਕੇ ਅੱਜ ਦੇ ਸ਼ਬਦ ਰਾਹੀਂ ਸਾਨੂੰ ਉਪਦੇਸ਼ ਦਿੱਤਾ ਹੈ। ਐ ਮਨੁੱਖ, ਐ ਜਗਿਆਸੂ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕਰ। ਅੱਜ ਕੱਲ ਕਰਕੇ ਸਮਾਂ ਨਾ ਗਵਾ, ਕਿਉਂਕਿ ਪਤਾ ਨਹੀਂ ਅੰਤ ਸਮਾਂ ਕਦੋਂ ਆਣ ਪਹੁੰਚਣਾ, ਮੌਤ ਨੇ ਕਦੋਂ ਆ ਘੇਰਨਾ। ਇਸ ਕਰਕੇ ਸਮਾਂ ਹੱਥੋਂ ਨਾ ਗਵਾ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਧਨ ਇਕੱਠਾ ਕਰ ਲੈ, ਪੱਲੇ ਬੰਨ ਲੈ, ਤਾਂ ਕਿ ਤੈਨੂੰ ਸੰਸਾਰ ਤੋਂ ਜਾਣ ਸਮੇਂ ਕੋਈ ਔਖ ਨਾ ਹੋਵੇ।